ਸਤਿ ਸ੍ਰੀ ਅਕਾਲ ਜੀ। ਨਾਵਲ ਸੋਚ ਭਾਗ 5 ਅਗਲਾ ਸੀਨ। ਹਰਜੋਤ ਜੋਤੀ ਜੱਜ ਸਾਹਿਬ ਨੂੰ ਦੱਸਦੀ ਹੈ ਕਿ ਮੇਰੀ ਤੇ ਪਵਿੱਤਰ ਅਤੇ ਹਰਨੂਰ ਤੇ ਹਰਜੀਤ ਦੀ ਜੋੜੀ ਬਣੀ, ਪਰ ਸਾਡੀਆਂ ਜੋੜੀਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਯੂਨੀਵਰਸਿਟੀ ਵਿੱਚ ਅਕਸਰ ਮਿਲਦੇ ਸਮੇਂ ਹਰਜੀਤ ਮੈਨੂੰ ਸਮਝਾਉਂਦਾ ਰਹਿੰਦਾ ਹੈ। ਹਰਜੀਤ ਮੈਨੂੰ ਪਵਿੱਤਰ ਦੇ ਮੈਡੀਕਲ ਨਸ਼ੇ ਕਰਨ ਬਾਰੇ ਦੱਸਦਾ ਹੈ। ਉਹ ਦੱਸਦਾ ਕਿ ਪਵਿੱਤਰ ਕਬੱਡੀ ਖੇਡਣ ਵੇਲੇ ਵੀ ਮੈਡੀਕਲ ਨਸ਼ੇ ਕਰਦਾ। ਇਹਨਾਂ ਨਸ਼ਿਆਂ ਦੇ ਟੀਕੇ ਲਗਾ ਕੇ ਹੀ ਪਵਿੱਤਰ ਸਾਡੇ ਬਾਕੀ ਖਿਡਾਰੀਆਂ 'ਤੇ ਭਾਰੂ ਪੈਂਦਾ। ਮੈਨੂੰ ਇਹ ਇਤਰਾਜ਼ ਵੀ ਹੈ ਕਿ ਉਹ ਮੇਰੀ ਅਤੇ ਬਾਕੀ ਖਿਡਾਰੀਆਂ ਦੇ ਸਰੀਰ ਦੀ ਸੱਚੀ ਖੇਡ ਨੂੰ ਲੋਕਾਂ ਦੇ ਅੱਗੇ ਆਉਣ ਨਹੀਂ ਦਿੰਦਾ। ਇਸ ਤਰ੍ਹਾਂ ਉਸਦੇ ਸਰੀਰ ਦਾ ਵੀ ਨੁਕਸਾਨ ਹੈ। ਉਹ ਮੈਡੀਕਲ ਨਸ਼ੇ ਖੁਦ ਹੀ ਨਹੀਂ ਕਰਦਾ, ਸਗੋਂ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਨੂੰ ਵੀ ਮੈਡੀਕਲ ਨਸ਼ੇ ਕਰਨ ਲਈ ਉਕਸਾਉਂਦਾ ਵੀ ਹੈ ਅਤੇ ਵੇਚਦਾ ਵੀ ਹੈ। ਮੈਂ ਹਰਜੀਤ ਦੀਆਂ ਇਹਨਾਂ ਗੱਲਾਂ ਵੱਲ ਧਿਆਨ ਨਾ ਦਿੱਤਾ। ਮੈਂ ਸਮਝਦੀ ਸੀ ਕਿ ਹਰਜੀਤ ਨੂੰ ਮੇਰੇ ਪਵਿੱਤਰ ਦੀ ਕਬੱਡੀ ਖੇਡ 'ਤੇ ਜਲਨ ਹੈ। ਉਹ ਮੇਰੇ ਪਵਿੱਤਰ ਨਾਲ ਈਰਖਾ ਕਰਦਾ ਹੈ। ਪਰ ਇੱਕ ਦਿਨ ਜਦ ਉਸਨੇ ਮੈਨੂੰ ਨਸੀਹਤ ਦਿੱਤੀ, ਜੋਤੀ ਦੀਆਂ ਅੱਖਾਂ ਦੇ ਅੱਗੇ ਉਹ ਸੀਨ ਯਾਦ ਆ ਗਿਆ। ਜਦ ਯੂਨੀਵਰਸਿਟੀ ਦੇ ਵਿੱਚ ਹਰਜੀਤ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਵਿੱਤਰ ਦੇ ਇਹ ਮੈਡੀਕਲ ਨਸ਼ੇ ਤੇਰੀ ਅਤੇ ਉਹਦੀ ਜ਼ਿੰਦਗੀ ਨੂੰ ਨਰਕ ਬਣਾ ਦੇਣਗੇ। ਉਹ ਤਾਂ ਗਲਤ ਰਾਹਾਂ 'ਤੇ ਤੁਰ ਰਿਹਾ, ਤੂੰ ਤਾਂ ਆਪਣੀ ਸੋਚ ਮੁਤਾਬਕ ਉਸ ਨੂੰ ਸਹੀ ਪਾਸੇ ਮੋੜ। ਇਹ ਉੱਚੀਆਂ ਹਿੰਗਾਂ ਉੱਚੀ ਸੋਚ ਦੀਆਂ ਪੀਂਘਾਂ ਦੇ ਸਹਾਰੇ ਹੀ ਚੜ੍ਹਾਈਆਂ ਜਾਣ ਤਾਂ ਜ਼ਿੰਦਗੀ ਖੁਸ਼ਹਾਲ ਬਣੀ ਰਹਿੰਦੀ ਹੈ, ਨਹੀਂ ਤਾਂ ਫਿਰ ਮਾੜੀ ਸੋਚ ਦੇ ਨਤੀਜੇ ਮਾੜੇ ਹੀ ਹੋਣਗੇ। ਤੂੰ ਕੌਣ ਹੁੰਦਾ ਮੇਰੀ ਤੇ ਪਵਿੱਤਰ ਦੀ ਸੋਚ ਨੂੰ ਗਲਤ ਸਾਬਤ ਕਰਨ ਵਾਲਾ? ਮੈਨੂੰ ਸਮਝਾਉਣ ਵਾਲੀ, ਮੇਰੇ ਹੀ ਟੁਕੜਿਆਂ 'ਤੇ ਪਲਣ ਵਾਲੀ ਪਹਿਲਾਂ ਹੀ ਹਰਨੂਰ ਮੇਰੇ ਘਰ ਹੈ। ਤੂੰ ਉਪਦੇਸ਼ ਦੇਣ ਵਾਲਾ ਇੱਕ ਹੋਰ ਆ ਚਿੰਬੜਿਆ। ਤੁਹਾਡੇ ਸਮਾਜ ਸੁਧਾਰਕ ਕੋਲੋਂ ਸਾਡੀ ਮਾਡਰਨ ਸੋਚ, ਸਾਡੇ ਖੁੱਲ੍ਹਪਣੇ ਨਾਲ ਜ਼ਿੰਦਗੀ ਜਿਉਣ ਦੀ ਸੋਚ ਜੇਕਰ ਅਪਣਾਈ ਨਹੀਂ ਜਾਂਦੀ ਤਾਂ ਤੁਸੀਂ ਸਾਡੇ ਰਸਤੇ ਦੇ ਰੋੜੇ ਨਾ ਬਣੋ। ਹਰਜੀਤ ਨੂੰ ਚਾਰ ਸੁਣਾ ਕੇ ਬੁੜ-ਬੁੜ ਕਰਦੀ ਹਰਜੋਤ ਅੱਗੇ ਤੁਰ ਜਾਂਦੀ ਹੈ। ਹਰਜੀਤ ਬੁੱਤ ਬਣਿਆ ਨੀਵੀਂ ਪਾਈ ਖੜ੍ਹਾ ਹੈ, ਸੋਚਦਾ ਰਹਿੰਦਾ ਹੈ। ਅਚਾਨਕ ਉਸਦੀ ਸੋਚ ਦੀ ਲੜੀ ਟੁੱਟਦੀ ਹੈ ਜਦ ਇੱਕ ਨਰਮ ਜਿਹਾ ਸਪਰਸ਼ ਉਸਦੇ ਹੱਥ ਨਾਲ ਹੁੰਦਾ ਹੈ। ਨੂਰ ਉਸਦਾ ਹੱਥ ਘੁੱਟਦੀ ਬੜੇ ਪਿਆਰ ਨਾਲ ਬੋਲਦੀ ਹੈ, ਮੇਰੇ ਜੀਤ, ਇਹ ਉੱਚ ਸੁਸਾਇਟੀ ਦੇ ਲੋਕਾਂ ਵਿੱਚ ਪੈਰ ਰੱਖਣ ਵਾਲੇ ਕੁਝ ਜ਼ਿਆਦਾ ਹੀ ਉਚਾਈ 'ਤੇ ਚਲੇ ਜਾਂਦੇ ਹਨ। ਹਰਜੀਤ, ਪੰਛੀ ਜਿੰਨੀ ਮਰਜ਼ੀ ਉੱਚੀ ਉਡਾਰੀ ਮਾਰ ਲੈਣ, ਪਰ ਆਪਣੇ ਟਿਕਾਣੇ 'ਤੇ ਨਜ਼ਰ ਰੱਖ ਕੇ ਸੁਰੱਖਿਅਤ ਵਾਪਸ ਉਤਰ ਆਉਂਦੇ ਨੇ। ਪਰ ਇਹ ਲੋਕ ਉੱਚੀ ਸੁਸਾਇਟੀ ਵਿੱਚ ਪਹੁੰਚ ਕੇ ਆਪਣੇ ਅਸਲ ਟਿਕਾਣੇ ਨੂੰ ਭੁੱਲ ਬਹਿੰਦੇ ਹਨ। ਟਿਕਾਣੇ ਦੀ ਥਾਂ ਭੁਲਾ ਦੇਣ ਵਾਲੇ ਇਹ ਲੋਕ ਪੰਛੀਆਂ ਵਾਂਗ ਸੁਰੱਖਿਅਤ ਉਤਰਦੇ ਨਹੀਂ, ਬਸ ਡਿੱਗਦੇ ਹੀ ਹਨ। ਇਹੋ ਜਿਹੇ ਟੋਏ ਵਿੱਚ ਡਿੱਗਦੇ ਹਨ ਜਿੱਥੋਂ ਮੁੜ ਉੱਠ ਨਹੀਂ ਸਕਦੇ। ਚੱਲ ਉਸ ਪਿਆਰੇ ਬੂਟੇ ਦੀ ਛਾਂ ਉਡੀਕ ਰਹੀ ਹੈ ਆਪਣੀ ਗੱਲਾਂ ਸੁਣਨ ਨੂੰ। ਤੇਰੀਆਂ ਮੇਰੀਆਂ ਗੱਲਾਂ ਕੁਦਰਤ ਦੀ ਕਾਇਨਾਤ ਸਮਝ ਸਕਦੀ ਹੈ। ਅੱਜ ਦੇ ਇਹਨਾਂ ਹੀ ਰਾਂਝਿਆਂ ਨੂੰ ਇਹ ਗੱਲਾਂ ਬਕਵਾਸ ਹੀ ਲੱਗਦੀਆਂ ਹਨ। ਤੂੰ ਕੁਦਰਤ ਦੇ ਨਜ਼ਾਰਿਆਂ ਦੀ ਬੜੀ ਰੀਝ ਨਾਲ ਪ੍ਰਸ਼ੰਸਾ ਕਰਦੀ ਹੈ। ਕੁਦਰਤ ਦਾ ਸਾਜਿਆ ਇਹ ਕਣ ਕਣ ਕੁਦਰਤ ਦੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ। ਜਦ ਅਸੀਂ ਕੁਦਰਤ ਵੱਲੋਂ ਖਿਲਾਰੀ ਫੁਲਵਾੜੀ ਰੂਪੀ ਬਨਸਪਤੀ ਕੁਦਰਤ ਦੇ ਨਜ਼ਾਰਿਆਂ ਪਿੱਛੇ ਸਿਰਜਣਹਾਰ ਦੀ ਹੋਂਦ ਦਾ ਅਹਿਸਾਸ ਕਰਦੇ ਹਾਂ ਤਾਂ ਮੱਲੋ ਮੱਲੀ ਸਾਡਾ ਸਿਰ ਉਸ ਕੁਦਰਤ ਦੀ ਗੋਦ ਵਿੱਚ ਝੁਕ ਜਾਂਦਾ ਹੈ। ਫਿਰ ਮਨ ਸ਼ੁੱਧ ਸਾਫ਼ ਅਤੇ ਨਿਰਮਲ ਪਾਰਦਰਸ਼ੀ ਬਣ ਜਾਂਦਾ ਹੈ, ਤਰੇਲ ਦੇ ਤੁਪਕੇ ਦੀ ਤਰ੍ਹਾਂ ਜਿਹੜੇ ਕਿਸੇ ਪੁਗਰ ਦੀ ਕਲੀ ਨੂੰ ਤਰੋ ਤਾਜ਼ਾ ਕਰਕੇ ਖੁਦ ਮੋਤੀ ਬਣ ਦਿਸਦਾ। ਹਰਨੂਰ, ਤੇਰੇ ਨਾਲ ਗੱਲਾਂ ਕਰਕੇ ਬੜਾ ਕੁਝ ਸਿੱਖਣ ਨੂੰ ਮਿਲਦਾ, ਪਰ ਅਫਸੋਸ ਜਦ ਮੈਂ ਹਰਜੋਤ ਬਾਰੇ ਸੋਚਦਾ, ਤੇਰੇ ਦੱਸਣ ਮੁਤਾਬਕ ਤੁਸੀਂ ਇਕੱਠੀਆਂ ਹੀ ਪੜ੍ਹੀਆਂ ਵੱਡੀਆਂ ਹੋਈਆਂ, ਇੱਕ ਹੀ ਘਰ ਵਿੱਚ ਤੁਹਾਡੀ ਪਰਵਰਿਸ਼ ਹੋਈ ਹੈ, ਇੱਕੋ ਜਿਹਾ ਮਾਹੌਲ ਮਿਲਿਆ, ਸਕੂਲ ਕਾਲਜ ਵੀ ਇੱਕੋ, ਫਿਰ ਤੇਰੇ ਤੇ ਜੋਤੀ ਦੀ ਸੋਚ ਵਿੱਚ ਇੰਨਾ ਫਰਕ ਕਿਉਂ? ਕੁਦਰਤ ਪ੍ਰਤੀ ਤੇਰਾ ਨਜ਼ਰੀਆ ਜਿੰਨਾ ਪਿਆਰਾ ਅਤੇ ਪ੍ਰਸ਼ੰਸਾਯੋਗ ਹੈ, ਓਨਾ ਸਾਡਾ ਕਿਉਂ ਨਹੀਂ? ਇਹਦੇ ਵਿੱਚ ਕੀ ਫਰਕ ਹੈ? ਹਰਨੂਰ ਦੱਸਦੀ ਹੈ,
ਮੇਰੇ ਪਾਪਾ ਨੇ ਬਚਪਨ ਵਿੱਚ ਸਿਰਫ ਇੱਕ ਪੰਜਾਬੀ ਦੇ ਵਾਕ ਦੇ ਸ਼ਬਦ ਅਰਥ ਮੈਨੂੰ ਇਸ ਢੰਗ ਨਾਲ ਸਮਝਾਏ ਕਿ ਜ਼ਿੰਦਗੀ ਜਿਉਣ ਦੇ ਅਰਥ ਮੈਨੂੰ ਸਮਝ ਆਵੇ। ਕਿਹੜੇ ਵਾਕ ਸੀ ਅਜਿਹਾ ਜਿਹੜਾ ਤੈਨੂੰ ਇੰਨੀ ਛੋਟੀ ਉਮਰ ਵਿੱਚ ਹੀ ਪ੍ਰਭਾਵਿਤ ਕਰ ਗਿਆ? ਜ਼ਿੰਦਗੀ ਕੁਦਰਤ ਦੀ ਬਖਸ਼ੀ ਅਨਮੋਲ ਦਾਤ ਹੈ। ਸਿਰਫ ਇਹ ਵਾਕ ਸੀ। ਉਸ ਉਮਰ ਵਿੱਚ ਅਜੇ ਪੰਜਾਬੀ ਪੜ੍ਹਨੀ ਲਿਖਣੀ ਸਿੱਖੀ ਵੀ ਨਹੀਂ ਸੀ। ਮੈਂ ਪਾਪਾ ਕੋਲੋਂ ਕੁਦਰਤ, ਬਖਸ਼ੀ, ਅਨਮੋਲ, ਦਾਤ, ਜ਼ਿੰਦਗੀ, ਇਹ ਸ਼ਬਦ ਕੀ ਹਨ, ਇਹ ਕੀ ਹੁੰਦਾ ਹੈ, ਬਾਰ-ਬਾਰ ਪੁੱਛ ਰਹੀ ਸੀ। ਪਾਪਾ ਬੜੇ ਦੇਰ ਤੱਕ ਸਮਝਾਉਂਦੇ ਰਹਿੰਦੇ ਕਿ ਕੋਈ ਵੀ ਇਨਸਾਨ ਪੈਸਿਆਂ ਨਾਲ ਗਰੀਬ ਜਾਂ ਅਮੀਰ ਨਹੀਂ ਹੁੰਦਾ। ਜ਼ਿੰਦਗੀ ਜਿਉਣ ਦੇ ਕੁਦਰਤੀ ਢੰਗਾਂ ਨੂੰ ਸਮਝ ਕੇ, ਕੁਦਰਤ ਅਤੇ ਉਸ ਦੇ ਰਚਣ ਵਾਲੇ ਦੇ ਹਰ ਰੂਪ ਵਿੱਚ ਰਾਜ਼ੀ ਰਹਿ ਕੇ ਮਹਿਸੂਸ ਕਰਕੇ ਉਸ ਨੂੰ ਪਿਆਰ ਸਤਿਕਾਰ ਦੇਣਾ ਜ਼ਿੰਦਗੀ ਨੂੰ ਅਮੀਰ ਬਣਾ ਦਿੰਦਾ ਹੈ। ਕੁਦਰਤ ਦੇ ਨਿਯਮਾਂ ਨੂੰ ਤੋੜਨਾ, ਕੁਦਰਤ ਦੀ ਹੋਂਦ ਦਾ ਨਿਰਾਦਰ ਕਰਨ ਵਾਲਾ ਅਮੀਰ ਹੋ ਕੇ ਵੀ ਗਰੀਬ ਬਣ ਜਾਂਦਾ ਹੈ। ਤੇਰੇ ਪਿਤਾ ਦੇ ਇਹਨਾਂ ਵਿਚਾਰਾਂ ਨੇ ਹੀ ਤੈਨੂੰ ਕੁਦਰਤ ਨਾਲ ਪ੍ਰੇਮ ਕਰਵਾ ਕੇ ਤੈਨੂੰ ਅਮੀਰ ਬਣਾ ਦਿੱਤਾ। ਇਹ ਤਾਂ ਤੇਰੀ ਸਮਝ ਹੈ ਹਰਜੀਤ। ਸੱਚਮੁੱਚ ਜਦ ਪਾਪਾ ਇਸ ਤਰ੍ਹਾਂ ਗੱਲਾਂ ਕਰਦੇ ਤਦ ਮੇਰੀ ਮੰਮੀ ਪਾਪਾ ਜੀ ਦੀ ਹਰ ਗੱਲ ਦਾ ਹੁੰਗਾਰਾ ਭਰਦੀ ਮੇਰੀ ਸੋਚ ਨੂੰ ਹੋਰ ਵੀ ਖੰਭ ਲਾ ਦਿੰਦੀ। ਹਰਜੀਤ ਬੋਲਦਾ, ਮਾਂ ਬੱਚੇ ਦਾ ਪਹਿਲਾ ਅਧਿਆਪਕ ਹੁੰਦੀ ਹੈ, ਪਰ ਤੈਨੂੰ ਤਾਂ ਦੋ ਅਧਿਆਪਕ ਜ਼ਿੰਦਗੀ ਦਾ ਸੱਚ ਸਮਝਾਉਣ ਵਾਲੇ ਮਿਲੇ। ਬਦਕਿਸਮਤੀ ਅੱਜ ਦੇ ਬੱਚਿਆਂ ਦੀ, ਜਿਨ੍ਹਾਂ ਕੋਲ ਬੈਠਣ ਲਈ ਮਾਂ-ਬਾਪ ਕੋਲ ਸਮਾਂ ਹੀ ਨਹੀਂ। ਔਲਾਦ ਦੇ ਜੀਵਨ ਦੀ ਉਸਾਰੀ ਜਾਣ ਵਾਲੀ ਜ਼ਿੰਦਗੀ ਰੂਪੀ ਬਿਲਡਿੰਗ ਦੇ ਬਚਪਨ ਨੂੰ ਉਹ ਮਹਿੰਗੇ ਸਕੂਲਾਂ ਵਿੱਚ ਪਾ ਕੇ ਆਪਣਾ ਫਰਜ਼ ਸਿਰਫ ਫੀਸਾਂ ਭਰ ਕੇ ਪੂਰਾ ਕਰ ਦਿੰਦੇ ਹਨ। ਬਾਕੀ ਜ਼ਿੰਮੇਵਾਰੀ ਸਕੂਲਾਂ, ਟਿਊਸ਼ਨਾਂ, ਕੋਚਿੰਗ ਸੈਂਟਰਾਂ ਵਾਲਿਆਂ ਉੱਪਰ ਮੜ ਆਪ ਵਿਹਲੇ ਹੋ ਜਾਂਦੇ ਹਨ। ਇਹ ਸਿੱਖਿਆ ਦੇ ਮੰਦਰ ਵਪਾਰਕ ਮੰਡੀ ਬਣ ਗਏ। ਵਪਾਰਕ ਮੰਡੀ ਵਿੱਚ ਗੁਣਾਂ ਦੀ ਨਹੀਂ, ਸੌਦੇਬਾਜ਼ੀ ਦੀ ਸੋਚ ਪ੍ਰਧਾਨ ਬਣ ਗਈ ਹੈ, ਜਿਸ ਦੀ ਲਪੇਟ ਵਿੱਚ ਫਸ ਕੇ ਅੱਜ ਦਾ ਵਿਦਿਆਰਥੀ ਬਗੈਰ ਕਿਸੇ ਉਦੇਸ਼ ਦੇ ਹਨੇਰੇ ਵਿੱਚ ਭਟਕਣ ਦਾ ਆਦੀ ਬਣ ਗਿਆ। ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਤਿਆਗ ਕਰਾਹੇ ਪੈ ਗਿਆ ਲੱਗਦਾ ਹੈ। ਕਰਾਹੇ ਸਿਰਫ ਵਿਦਿਆਰਥੀ ਹੀ ਨਹੀਂ, ਸਮੁੱਚਾ ਮਨੁੱਖ ਹੀ ਪੈ ਗਿਆ ਹਰਜੀਤ। ਇਸ ਕਰਾਹੇ ਪਈ ਮਾੜੀ ਸੋਚ ਤੋਂ ਹੀ ਬੜਾ ਡਰ ਲੱਗਦਾ ਹੈ। ਮਾੜੀ ਸੋਚ? ਤੂੰ ਮਾੜੀ ਸੋਚ ਤੋਂ ਕਿਉਂ ਡਰਦੀ ਹੈ? ਡਰਦੀ ਹਾਂ ਕਦੇ ਕਦੇ ਸੋਚ ਕੇ ਕਿ ਕਿਤੇ ਮੇਰੇ ਮੰਮੀ ਪਾਪਾ ਕਿਸੇ ਮਾੜੀ ਸੋਚ ਦੇ ਸ਼ਿਕਾਰ ਤਾਂ ਨਹੀਂ ਹੋਏ। ਤੇਰਾ ਮਤਲਬ ਕੀ ਹੈ? ਤੂੰ ਸਾਫ਼-ਸਾਫ਼ ਦੱਸ ਹਰਨੂਰ ਕਿ ਤੇਰੇ ਮਨ ਵਿੱਚ ਕੀ ਹੈ। ਮੇਰੇ ਮੰਮੀ ਪਾਪਾ ਦੀ ਮੌਤ ਤੋਂ ਬਾਅਦ ਮੇਰੀ ਭੂਆ 2 ਸਾਲ ਤੱਕ ਜਿਉਂਦੀ ਰਹਿ ਸਕੀ। ਉਸ ਦੀਆਂ ਦੋਵੇਂ ਕਿਡਨੀਆਂ ਵਿੱਚ ਇਨਫੈਕਸ਼ਨ ਸੀ। ਜੋਤੀ ਹੋਣੀ ਸ਼ਹਿਰ ਵਿੱਚ ਰਹਿੰਦੇ ਸੀ, ਅਸੀਂ ਸ਼ਹਿਰ ਦੇ ਨੇੜੇ ਪਿੰਡ ਵਿੱਚ। ਮੰਮੀ ਪਾਪਾ ਦੀ ਮੌਤ ਤੋਂ ਬਾਅਦ ਭੂਆ ਦਾ ਘਰ ਹੀ ਮੇਰਾ ਟਿਕਾਣਾ ਬਣ ਗਿਆ। ਭੂਆ ਮੈਨੂੰ ਗੋਦੀ 'ਚ ਲੈ ਲੈਂਦੀ, ਬੋਲਦੀ ਘੱਟ, ਪਰ ਉਸ ਦੀਆਂ ਅੱਖਾਂ 'ਚੋਂ ਡਿੱਗਦੇ ਹੰਝੂ ਮੈਨੂੰ ਉਸ ਦੇ ਅੰਦਰਲੇ ਦਰਦ ਦੀ ਤੜਫ ਸਾਫ਼ ਦੱਸਦੇ ਸਨ। ਉਹ ਹਰ ਪਲ ਮੇਰੇ ਫੁੱਫੜ ਜੋਤੀ ਦੇ ਡੈਡੀ ਬੰਤ ਸਿੰਘ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ। ਕਈ ਵਾਰ ਉਹ ਰੋਂਦੀ ਹੋਈ ਕਹਿੰਦੀ, ਮੈਨੂੰ ਸ਼ੱਕ ਹੈ ਕਿ ਤੂੰ ਹੀ ਮੇਰੇ ਭਾਈ ਦਾ ਘਰ ਬਰਬਾਦ ਕੀਤਾ। ਤੇਰੀ ਗੋਰੀ ਚਮੜੀ ਹੇਠ ਛੁਪੀ ਤੇਰੀ ਕਾਲੀ ਸੋਚ ਤੈਨੂੰ ਚੈਨ ਨਾਲ ਨਹੀਂ ਰਹਿਣ ਦੇਵੇਗੀ। ਤੂੰ ਲੱਖ ਪਰਦੇ ਪਾ ਲੈ, ਲੱਖ ਝੂਠ ਦਾ ਸਹਾਰਾ ਲੈ ਲੈ, ਪਰ ਮੈਨੂੰ ਤੇਰੇ ਤੋਂ ਯਕੀਨ ਉੱਠਦਾ ਜਾਂਦਾ ਹੈ। ਰੱਬ ਨਾ ਕਰੇ ਜੇ ਇਹ ਸੱਚ ਹੋਇਆ ਤਾਂ ਰੱਬ ਦਾ ਕਹਿਰ ਤੇਰੀ ਨਸਲ ਖਤਮ ਕਰੇਗਾ। ਤੇਰੀ ਨਸਲ, ਤੇਰੇ ਖਾਨਦਾਨ ਦਾ ਖਾਤਮਾ ਹੋਵੇਗਾ। ਇੰਨਾ ਕਹਿ ਕੇ ਹਰਨੂਰ ਚੁੱਪ ਹੋ ਜਾਂਦੀ ਹੈ। ਉਸ ਦੀਆਂ ਅੱਖਾਂ ਦਾ ਪਾਣੀ ਉਸ ਦੇ ਡਰ ਵਾਂਗ ਛਲਕਣਾ ਬੰਦ ਹੋ ਜਾਂਦਾ ਹੈ। ਉਹ ਬੋਲਦੀ ਹੈ, ਜੇਕਰ ਮੇਰੀ ਭੂਆ ਦੇ ਮਨ ਦਾ ਡਰ ਸੱਚ ਵਿੱਚ ਬਦਲਦਾ ਹੈ ਤਾਂ ਸੱਚਮੁੱਚ ਇਨਸਾਨੀਅਤਾਂ ਤੋਂ ਭਰੋਸਾ ਉੱਠ ਜਾਵੇਗਾ। ਰਿਸ਼ਤੇ ਨਾਤੇ, ਆਪਸੀ ਸਾਂਝ, ਆਪਣੇ ਕਹਿਣ ਨੂੰ ਕੀ ਬਚੇਗਾ। ਇਸ ਤੋਂ ਵੀ ਅੱਗੇ ਉਮੀਦ ਖਤਮ ਹੁੰਦੀ ਦਿਸੇਗੀ ਕਿ ਜਦ ਮੈਨੂੰ ਜ਼ਿੰਦਗੀ ਦੇ ਅਰਥ ਸਿਖਾਉਣ ਵਾਲੇ ਮੇਰੇ ਮਾਪੇ ਅੱਜ ਤੋਂ 15-16 ਸਾਲ ਪਹਿਲਾਂ ਆਪਣੇ ਹੀ ਨੇੜੇ ਦੇ ਰਿਸ਼ਤੇਦਾਰ ਦੀ ਮਾੜੀ ਸੋਚ ਦਾ ਸ਼ਿਕਾਰ ਹੋ ਗਏ, ਫਿਰ ਅੱਜ ਤਾਂ
ਇੱਕ ਦਿਨ ਕੀ ਪਲ ਪਲ ਤੇ ਇਨਸਾਨ ਆਪਣੇ ਰੰਗ ਬਦਲ ਰਿਹਾ ਹੈ। ਫਿਰ ਅੱਜ ਕੌਣ ਕਿਸ ਤੇ ਵਿਸ਼ਵਾਸ ਕਰੇਗਾ? ਕੌਣ ਕਿਸ ਨੂੰ ਆਪਣਾ ਸਮਝ ਕੇ ਡਰ ਮੁਕਤ ਹੋ ਕੇ ਜੀ ਸਕੇਗਾ? ਨੂਰ, ਮੈਂ ਤੇਰਾ ਮਨ ਤਾਂ ਨਹੀਂ ਦਿਖਾਉਣਾ ਚਾਹੁੰਦਾ, ਪਰ ਕੀ ਮੈਂ ਪੁੱਛ ਸਕਦਾ ਕਿ ਤੇਰੇ ਮੰਮੀ ਪਾਪਾ ਦੀ ਮੌਤ ਕਿਵੇਂ ਹੋਈ? ਜੀਤ, ਇਹ ਉਹਨਾਂ ਦਿਨਾਂ ਦੀ ਹੀ ਗੱਲ ਹੈ ਜਦ ਮੇਰੇ ਪਾਪਾ ਨੇ ਉਸ ਇੱਕ ਵਾਕ ਤੋਂ ਜ਼ਿੰਦਗੀ ਤੇ ਕੁਦਰਤ ਦਾ ਸੁਮੇਲ ਮੈਨੂੰ ਸਮਝਾਇਆ ਸੀ। ਉਹਨਾਂ ਦਿਨਾਂ ਵਿੱਚ ਘਰ ਦੀਆਂ ਗੱਲਾਂ ਦੀ ਭਾਵੇਂ ਮੈਨੂੰ ਸਮਝ ਘੱਟ ਸੀ, ਪਰ ਅੱਜ ਉਹ ਗੱਲਾਂ ਮਨ ਵਿੱਚੋਂ ਵਾਰ-ਵਾਰ ਸਵਾਲ ਉਠਾ ਰਹੀਆਂ ਨੇ ਕਿ ਕਿਉਂ ਫੁੱਫੜ ਜੀ ਹਰ ਰੋਜ਼ ਮੇਰੇ ਘਰ ਆ ਕੇ ਮੇਰੇ ਮੰਮੀ ਪਾਪਾ ਨੂੰ ਸਾਡੀ ਸ਼ਹਿਰ ਵਾਲੀ ਲੱਗਦੀ ਜ਼ਮੀਨ ਵਿੱਚ ਕਲੋਨੀ ਬਣਾਉਣ ਦੀ ਗੱਲ ਕਰਦੇ ਸੀ। ਮੇਰੇ ਪਾਪਾ ਉਹਨਾਂ ਦੀ ਗੱਲ ਨੂੰ ਟਾਲਦੇ ਰਹਿੰਦੇ, ਪਰ ਫੁੱਫੜ ਪਾਪਾ ਦੀ ਗੈਰ ਹਾਜ਼ਰੀ ਵਿੱਚ ਮੰਮੀ ਨੂੰ ਜ਼ਮੀਨ ਵੇਚ ਕੇ ਚੰਡੀਗੜ੍ਹ ਕਲੋਨੀ ਬਣਾ ਕੇ ਵੇਚਣ ਨਾਲ ਕਰੋੜਾਂ ਰੁਪਏ ਕਮਾਉਣ ਬਾਰੇ ਮਨਾਉਂਦੇ ਰਹਿੰਦੇ। ਆਖਰ ਪਤਾ ਨਹੀਂ ਕਿਵੇਂ ਮੇਰੇ ਮੰਮੀ ਪਾਪਾ ਫੁੱਫੜ ਦੀਆਂ ਗੱਲਾਂ ਵਿੱਚ ਆ ਗਏ। ਚੰਡੀਗੜ੍ਹ ਕਿਸੇ ਜਗ੍ਹਾ ਲਈ 40 ਲੱਖ ਰੁਪਏ ਦਾ ਬਿਆਨਾ ਕਰ ਰਹੇ। ਹਰਨੂਰ ਫਿਰ ਹੌਂਕਾ ਲੈ ਕੇ ਬੋਲਦੀ ਹੈ, ਇੱਕ ਦਿਨ ਸ਼ਹਿਰ ਨਾਲ ਲੱਗਦੀ ਜ਼ਮੀਨ ਵਿਕ ਗਈ। ਪਾਪਾ ਤੇ ਫੁੱਫੜ ਕਰੋੜਾਂ ਰੁਪਏ ਦੀਆਂ ਗੱਲਾਂ ਕਰਦੇ। ਮੈਨੂੰ ਯਾਦ ਹੈ ਉਹ ਦਿਨ ਜਦ ਟੀਵੀ 'ਤੇ ਖਬਰ ਆ ਰਹੀ ਸੀ ਕਿ ਦਿਨ ਦਿਹਾੜੇ ਕਰੋੜ ਰੁਪਏ ਦੀ ਲੁੱਟ। ਲੁਟੇਰਿਆਂ ਨੇ ਗੱਡੀ ਰੋਕ ਕੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਇੱਕ ਦੀ ਮੌਤ ਤੇ ਇੱਕ ਜ਼ਖਮੀ। ਲੁਟੇਰੇ ਰੁਪਏ ਲੈ ਕੇ ਸੁਰੱਖਿਅਤ ਫਰਾਰ ਹੋਣ ਵਿੱਚ ਕਾਮਯਾਬ ਹੋਏ। ਇੱਕ ਦੀ ਮੌਤ, ਇੱਕ ਜ਼ਖਮੀ ਵਿੱਚੋਂ ਮੇਰੇ ਪਾਪਾ ਦੀ ਮੌਤ ਹੋਈ ਸੀ ਤੇ ਮੇਰੇ ਫੁੱਫੜ ਬੰਤ ਸਿੰਘ ਜ਼ਖਮੀ ਹੋਏ ਸਨ। ਸਾਡੇ ਘਰ ਥੋੜ੍ਹੀ ਦੇਰ ਬਾਅਦ ਹੀ ਚੀਕ ਚਿਹਾੜਾ ਸੀ। ਮਾਂ ਭੁੱਬਾ ਮਾਰ ਰਹੀ ਸੀ। ਮੈਂ ਗੁੰਮਸੁੰਮ ਹੋਈ ਪਾਪਾ ਦੀ ਚਾਦਰ ਵਿੱਚ ਲਪੇਟੀ ਲਾਸ਼ ਕੋਲ ਬੈਠੀ ਸੀ। ਬੜੇ ਦੁੱਖ ਦੇ ਦਿਨ ਸਨ ਉਹ। ਦੁੱਖ ਦੇ ਮਿੰਟ, ਘੰਟੇ, ਦਿਨ, ਹਫ਼ਤੇ, ਫਿਰ ਮਹੀਨੇ ਬੀਤ ਗਏ। ਭੂਆ ਸਾਡਾ ਸਹਾਰਾ ਸੀ। ਉਸ ਨੂੰ ਆਪਣੇ ਭਾਈ ਦਾ ਦੁੱਖ ਆਪਣੀ ਬਿਮਾਰੀ ਤੋਂ ਕਿਤੇ ਵੱਡਾ ਰੋਗ ਬਣ ਕੇ ਚਿੰਬੜ ਗਿਆ। ਹਰ ਪਲ ਮਾਂ ਨੂੰ ਉਹ ਆਪਣੀ ਬਿਮਾਰੀ, ਆਪਣੇ ਦੁੱਖ ਦੇ ਹੁੰਦੇ ਹੋਏ ਵੀ ਹਿੰਮਤ ਨਾਲ ਮੇਰੇ ਲਈ ਹੌਸਲਾ ਬਣ ਕੇ ਜਿਉਣ ਲਈ ਪ੍ਰੇਰਦੀ ਰਹਿੰਦੀ। ਪਰ ਉਸ ਨੂੰ ਕੀ ਪਤਾ ਸੀ ਕਿ ਮਾਂ ਦੀ ਸੰਘਣੀ ਛਾਇਆ ਦਾ ਬੂਟਾ ਵੀ ਸਮੇਂ ਦਾ ਝੱਖੜ ਮੇਰੇ ਬਚਪਨ ਦੇ ਵਿਹੜਿਓਂ ਪੁੱਟ ਕੇ ਲੈ ਜਾਵੇਗਾ। ਹਰਨੂਰ ਨੇ ਬੰਦ ਕੀਤੀਆਂ ਅੱਖਾਂ ਜਦ ਖੋਲ੍ਹੀਆਂ ਤਾਂ ਬੁੱਕ ਸਾਰਾ ਪਾਣੀ ਧਰਤੀ ਦੀ ਕੁੱਖ ਵਿੱਚ ਜਾ ਡਿੱਗਿਆ। ਹਰਜੀਤ ਉਸ ਦੇ ਦੁੱਖ ਨੂੰ ਮਹਿਸੂਸ ਕਰ ਰਿਹਾ ਸੀ। ਅੱਖਾਂ 'ਚੋਂ ਪਾਣੀ ਦੀਆਂ ਘਰਾਲਾਂ ਨੂੰ ਚੁੰਨੀ ਨਾਲ ਸਾਫ਼ ਕਰਦੀ ਉਹ ਫਿਰ ਬੋਲੀ, ਪਾਪਾ ਦੀ ਮੌਤ ਤੋਂ ਬਾਅਦ ਘਰ ਦੀ ਹਰ ਜ਼ਿੰਮੇਵਾਰੀ ਮਾਂ 'ਤੇ ਆ ਗਈ। ਮਹੀਨੇ ਬੀਤ ਗਏ ਸਨ। ਫੁੱਫੜ ਰਾਜੀ-ਬਾਜੀ ਹੋ ਕੇ ਹਸਪਤਾਲੋਂ ਆ ਗਿਆ ਸੀ। ਮਾਂ ਨੂੰ ਫੁੱਫੜ ਜੀ ਨਾਲ ਚੰਡੀਗੜ੍ਹ ਜਾਣਾ ਪਿਆ। ਚੰਡੀਗੜ੍ਹ ਜ਼ਮੀਨ ਖਰੀਦਣ ਲਈ 40 ਲੱਖ ਦਾ ਬਿਆਨਾ ਦਿੱਤਾ ਹੋਇਆ ਸੀ, ਪਰ ਪਿਤਾ ਜੀ ਦੀ ਮੌਤ ਤੇ ਸਾਰਾ ਪੈਸਾ ਲੁੱਟ ਜਾਣ ਕਾਰਨ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਹੋਈ ਤੇ ਬਿਆਨੇ ਵਿੱਚ ਦਿੱਤਾ ਲੱਖਾਂ ਰੁਪਇਆ ਵੀ ਮਰ ਰਿਹਾ ਸੀ। ਸੋ ਪਾਪਾ ਜੀ ਦੀ ਜਗ੍ਹਾ ਫੁੱਫੜ ਨਾਲ ਮੰਮੀ ਨੂੰ ਕਾਗਜ਼ੀ ਕਾਰਵਾਈ ਲਈ ਚੰਡੀਗੜ੍ਹ ਜਾਣਾ ਪੈਂਦਾ ਸੀ। ਪਰ ਇੱਕ ਦਿਨ ਮੰਮੀ ਖੁਦ ਨਹੀਂ ਆਏ, ਸਗੋਂ ਚੰਡੀਗੜ੍ਹ ਤੋਂ ਉਹਨਾਂ ਦੀ ਲਾਸ਼ ਹੀ ਪਾਪਾ ਜੀ ਦੀ ਤਰ੍ਹਾਂ ਚਿੱਟੀ ਚਾਦਰ ਵਿੱਚ ਲਪੇਟੀ ਘਰ ਆਈ। ਪਤਾ ਚੱਲਿਆ ਕਿ ਬਿਆਨੇ ਦੇ ਲੱਖਾਂ ਰੁਪਏ ਡੁੱਬ ਜਾਣ 'ਤੇ ਚੰਡੀਗੜ੍ਹ ਮੰਮੀ ਦੀ ਹਾਲਤ ਖਰਾਬ ਹੋ ਗਈ ਸੀ। ਉਸ ਦੀ ਦਿਮਾਗੀ ਹਾਲਤ ਇੰਨੀ ਵਿਗੜ ਗਈ ਸੀ ਕਿ ਫੁੱਫੜ ਨੂੰ ਉਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ, ਜਿੱਥੇ ਉਹ ਸਭ ਕੁਝ ਬਰਬਾਦ ਹੋ ਜਾਣ 'ਤੇ ਆਤਮ ਹੱਤਿਆ ਕਰਨ ਲਈ ਆਪਣੀ ਬਾਂਹ ਦੀ ਨਾੜ ਕੱਟਣ ਲੱਗੀ। ਫੁੱਫੜ ਜਦ ਉਸ ਨੂੰ ਰੋਕਣ ਲੱਗਿਆ ਤਾਂ ਹੱਥੋਂ ਪਾਈ ਵਿੱਚ ਉਸ ਦਾ ਰਿਵਾਲਵਰ ਮੰਮੀ ਦੇ ਹੱਥ ਲੱਗ ਗਿਆ। ਮੰਮੀ ਨੇ ਰਿਵਾਲਵਰ ਨਾਲ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ। ਹਰਨੂਰ ਆਤਮ ਹੱਤਿਆ ਸ਼ਬਦ ਨੂੰ ਦੁਹਰਾ ਕੇ ਸਿਰ ਮਾਰ ਰਹੀ ਸੀ। ਹਰਜੀਤ ਉਸ ਦਾ ਹੱਥ ਘੁੱਟ ਕੇ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਸਿਰ ਮਾਰਦੀ ਵੀ ਬੜੇ ਵਿਸ਼ਵਾਸ ਨਾਲ ਬੋਲੀ, ਮੰਮੀ ਆਤਮ ਹੱਤਿਆ ਨਹੀਂ ਕਰ ਸਕਦੀ। ਨਹੀਂ, ਮੰਮੀ ਦਾ ਭਾਵੇਂ ਸਭ ਕੁਝ ਲੁੱਟਿਆ ਗਿਆ ਸੀ, ਪਰ ਇਸ ਦੁਨੀਆ ਵਿੱਚ ਮੈਨੂੰ ਇਕੱਲੀ ਨੂੰ ਛੱਡ ਕੇ ਉਹ ਨਹੀਂ ਜਾ ਸਕਦੀ ਸੀ। ਪਾਪਾ ਦੇ ਪਿਆਰ ਦੇ ਰੰਗ ਵਿੱਚ ਰੰਗੀ ਮੇਰੀ ਮਾਂ ਪਾਪਾ ਦੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਦੀ ਜੰਗ
ਲੜਨ ਤੋਂ ਹਾਰ ਨਹੀਂ ਮੰਨ ਸਕਦੀ ਸੀ। ਫਿਰ ਇਹ ਅਣਹੋਣੀ ਕਿਵੇਂ ਹੋ ਗਈ? ਮੰਮੀ ਤੇ ਪਾਪਾ ਦੀ ਮੌਤ ਕੁਦਰਤ ਦੇ ਕਿਸੇ ਮਨਮੋਹਕ ਦ੍ਰਿਸ਼ ਨਾਲ ਖਿਲਵਾੜ ਕਰਨ ਦੇ ਬਰਾਬਰ ਲੱਗਦੀ ਹੈ। ਭੂਆ ਦਾ ਫੁੱਫੜ 'ਤੇ ਸ਼ੱਕ ਹੈ। ਭੂਆ ਦੇ ਸੁਭਾਅ ਵਿੱਚ ਇੰਨਾ ਪਰਿਵਰਤਨ ਕਿ ਉਹ ਜੋਤੀ ਨੂੰ ਸਿਰਫ ਫੁੱਫੜ ਦੇ ਖਾਨਦਾਨ ਦੀ ਕਹਿ ਕੇ ਬੁਰਾ ਭਲਾ ਵੀ ਕਹਿ ਜਾਂਦੀ। ਉਸ ਦੀਆਂ ਨਜ਼ਰਾਂ ਵਿੱਚ ਮੇਰੇ ਪ੍ਰਤੀ ਹਮੇਸ਼ਾ ਹਮਦਰਦੀ ਭਰੀ ਰਹਿੰਦੀ। ਡਰ ਲੱਗਦਾ ਹੈ ਕਿ ਭੂਆ ਦੇ ਕਹੇ ਸ਼ਬਦ ਕਿ ਗੋਰੀ ਮੋਟੀ ਚਮੜੀ ਦੀ ਅੰਦਰਲੀ ਮੈਲ ਨੂੰ ਆਖਰ ਕਦ ਤੱਕ ਛੁਪਾ ਕੇ ਰੱਖ ਸਕਦੀ ਹੈ। ਕਦੇ ਕੋਈ ਦਿਨ ਭੂਆ ਦੇ ਸ਼ੱਕ ਅਤੇ ਮੇਰੇ ਡਰ ਨੂੰ ਸੱਚ ਨਾ ਕਰ ਦੇਵੇ। ਸੋਚ ਕੇ ਬੜਾ ਡਰ ਲੱਗਦਾ। ਨੂਰ, ਤੇਰਾ ਦੁੱਖ, ਤੇਰਾ ਡਰ ਮੈਂ ਸਮਝ ਸਕਦਾ। ਕੁਦਰਤ ਨੂੰ ਕੀ ਮਨਜ਼ੂਰ ਹੈ, ਬਸ ਕੁਦਰਤ 'ਤੇ ਛੱਡ ਦੇ। ਕਦੋਂ ਕੀ ਹੋਣਾ, ਚੰਗਾ ਹੋਵੇ ਮਾੜਾ ਹੋਵੇ, ਸਭ ਰੱਬ ਦੇ ਭਰੋਸੇ ਛੱਡ ਕੇ ਆਪਣਾ ਫਰਜ਼ ਸਮਾਜ ਪ੍ਰਤੀ ਕੁਦਰਤ ਨਾਲ ਤੇਰੀ ਨੇੜਤਾ ਨਾਲ ਚੰਗੀ ਤਰ੍ਹਾਂ ਨਿਭ ਰਿਹਾ। ਇਹ ਮੰਮੀ ਡੈਡੀ ਨੂੰ ਤੇਰੀ ਸੱਚੀ ਸ਼ਰਧਾਂਜਲੀ ਹੈ। ਇਸ ਫਰਜ਼ ਪ੍ਰਤੀ ਰੁੱਝੀ ਰਹਿਣਾ ਹੀ ਤੇਰੇ ਦੁੱਖ ਡਰ ਨੂੰ ਛੋਟਾ ਕਰ ਸਕਦਾ ਹੈ। ਹਾਂ ਹਰਜੀਤ, ਮੈਨੂੰ ਮੰਮੀ ਡੈਡੀ ਦੀ ਦਿੱਤੀ ਸਿੱਖਿਆ ਸਮਾਜ ਤੇ ਕੁਦਰਤ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਰਹਿੰਦੀ ਹੈ। ਉਸ ਦਿਨ ਕਾਲਜ ਵੱਲੋਂ ਕਰਵਾਏ ਸਮਾਜ ਪ੍ਰਤੀ ਸਾਡੇ ਫਰਜ਼ ਨਾਂ ਦੇ ਸੈਮੀਨਾਰ ਵਿੱਚ ਤੇਰੇ ਵਿਚਾਰ ਸੁਣ ਕੇ, ਤੇਰੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਤੇਰੇ ਨਾਲ ਪਈ ਦੋਸਤੀ, ਇੰਝ ਲੱਗਦਾ ਕਿ ਮੰਮੀ ਪਾਪਾ ਨੇ ਮੈਨੂੰ ਚੰਗੇ ਗੁਣਾਂ ਵਾਲੇ ਇਨਸਾਨ ਦੀ ਪਹਿਚਾਣ ਕਰਨੀ ਸਿਖਾ ਦਿੱਤੀ। ਹਰਜੀਤ ਬੋਲਦਾ, ਨੂਰ, ਮੈਨੂੰ ਵੀ ਤੇਰੀ ਦੋਸਤੀ ਪਿਛਲੇ ਜਨਮ ਵਿੱਚ ਕਿਸੇ ਕੀਤੇ ਚੰਗੇ ਕਰਮਾਂ ਕਰਕੇ ਹੀ ਮਿਲੀ ਹੈ। ਆ ਨੂਰ, ਦੁੱਖ ਤੇ ਡਰ 'ਚੋਂ ਨਿਕਲ ਤੇਰੇ ਮੰਮੀ ਪਾਪਾ ਦੇ ਸਿਖਾਏ ਗੁਣਾਂ ਨਾਲ ਚੰਗੇ ਉੱਚੇ ਸੱਚੇ ਵਿਚਾਰਾਂ ਵਿੱਚ ਵਾਧਾ ਕਰਕੇ ਸਮਾਜ ਤੇ ਕੁਦਰਤ ਦੇ ਵਿਗਾੜੇ ਜਾ ਰਹੇ ਅਕਸ ਨੂੰ ਸੰਵਾਰਨ ਦੀ ਕੋਸ਼ਿਸ਼ ਕਰੀਏ। ਨੂਰ ਹਰਜੀਤ ਦੇ ਫੜੇ ਹੱਥ ਉੱਪਰ ਦੂਜਾ ਹੱਥ ਵੀ ਰੱਖਦੀ ਬੋਲਦੀ ਹੈ, ਮੈਂ ਆਪਣੇ ਦੁੱਖਾਂ ਨੂੰ ਭੁਲਾਉਣ ਲਈ ਕੁਦਰਤ ਦੇ ਰੰਗ ਰੂਪਾਂ ਵਿੱਚ ਖੋ ਜਾਂਦੀ ਹਾਂ। ਕੁਦਰਤ ਦੇ ਨਜ਼ਾਰਿਆਂ ਵਿੱਚੋਂ ਹੀ ਆਪਣੇ ਮੰਮੀ ਪਾਪਾ ਨੂੰ ਹੱਸਦੇ ਤੱਕਦੀ ਹਾਂ। ਨੂਰ, ਹਰਜੀਤ ਨੇ ਨੂਰ ਦੇ ਸ਼ੁਭ ਵਿਚਾਰ ਦਾ ਹੁੰਗਾਰਾ ਭਰਦੇ ਨੇ ਉਸ ਦੇ ਦੂਸਰੇ ਹੱਥ ਉੱਪਰ ਆਪਣਾ ਹੱਥ ਰੱਖਦਿਆਂ ਮਹਿਸੂਸ ਕੀਤਾ ਜਿਵੇਂ ਉਸ ਦੇ ਅੱਗੇ ਸਿਰਫ ਇੱਕ ਲੜਕੀ ਹਰਨੂਰ ਹੀ ਨਹੀਂ ਬੈਠੀ, ਸਗੋਂ ਹਰ ਪਾਸੇ ਕੁਦਰਤ ਆਪਣਾ ਨੂਰ ਹੀ ਨੂਰ, ਆਪਣਾ ਰੂਪ ਖਿਲਾਰ ਰਹੀ ਹੈ। ਧੰਨਵਾਦ ਜੀ।